ਵਿਚਾਰਿਆ ਤੇ ਕੁਝ ਹੋਰ ਸੀ, ਪਰ ਇਹ ਸ਼ਬਦ ਸਾਹਮਣੇ ਆ ਗਿਆ। ਭਗਤ ਕਬੀਰ ਜੀ ਦਾ ਸ਼ਬਦ ਹੈ, ਦਰਬਾਨ ਦੇ ਠਾਂਡੇ ਦਰਬਾਰ। ਅਸੀਂ ਤਾਂ ਸਭ ਕੁਝ ਮੰਗਦੇ ਹਾਂ ਜੀਵਨ ਵਿੱਚ, ਪਰ ਇਹ ਜਿਹੜਾ ਮੰਗਣਾ ਹੈ, ਜਿਹਦੀ ਅੱਜ ਭਗਤ ਕਬੀਰ ਗੱਲ ਕਰਦੇ ਹੈ, ਇਹਦੇ 'ਚ ਸਮਰਪਣ ਹੈ, ਇਹਦੇ 'ਚ ਮੈਂ ਨਹੀਂ ਹੈ। ਇਹ ਕੇਵਲ ਨਿਰੰਕਾਰ ਦੇ ਦਰਬਾਰ ਦੇ ਵਿੱਚ ਖਲੋ ਕੇ ਨਿਰੰਕਾਰ ਦੀ ਹਜ਼ੂਰੀ ਵਿੱਚ ਭੀਖ ਮੰਗਣ ਦਾ, ਅਰਦਾਸ ਦੀ ਕਲਾ ਦੱਸਦੇ ਹੈ। ਉਹਦੇ ਦਰ ਤੇ ਕਿਸ ਤਰ੍ਹਾਂ ਪਹੁੰਚਣਾ ਹੈ, ਉਹਦੇ ਦਰ ਤੇ ਕੌਣ ਪਹੁੰਚੇਗਾ, ਉਹਦਾ ਦਰਬਾਰ ਕਿੱਥੇ ਹੈ। ਭਗਤ ਕਬੀਰ ਜੀ ਕਹਿੰਦੇ ਨੇ, ਮੈਂ ਤਾਂ ਤੇਰੇ ਦਰ ਦਾ ਮੰਗਤਾ ਵਾਂ, ਤੇਰੇ ਦਰਬਾਰ ਦਾ ਮੰਗਤਾ ਵਾਂ। ਉਹਦੇ ਦਰਬਾਰ ਦਾ ਮੰਗਤਾ ਬਣ ਕੌਣ ਸਕਦਾ ਹੈ? ਉਹਦੇ ਦਰਬਾਰ ਦੇ ਸਾਹਮਣੇ ਖਲੋ ਕੇ ਭੀਖ ਕੌਣ ਮੰਗ ਸਕਦਾ ਹੈ? ਮਹਾਰਾਜ ਬੜੀ ਕਿਰਪਾ ਕਰਦੇ ਹੈ। ਮੰਗਤਾ ਬਣਨ ਵਾਸਤੇ ਵੀ ਸਾਨੂੰ ਤਿਆਰੀ ਦੀ ਲੋੜ ਹੈ। ਜਿਸ ਅਰਦਾਸ ਵਿੱਚ ਮੇਰੇ ਪ੍ਰਾਣ ਅਰਪਣ ਹੋ ਜਾਣ, ਪ੍ਰਾਣ ਤੋਂ ਭਾਵ ਹੈ ਮੇਰਾ ਮਨ ਅਰਪਣ ਹੋ ਜਾਏ, ਜਿਹਦੇ ਵਿੱਚ ਮੇਰੇ ਸਾਰੀ ਸ਼ਕਤੀ, ਸਾਰੀ એનર્ਜੀ ਉਸ ਅਰਦਾਸ ਵਿੱਚ ਕਮਿਟ ਹੋ ਜਾਏ, ਜਿਸ ਅਰਦਾਸ ਵਿੱਚ ਮੈਂ ਲੀਨ ਹੋ ਜਾਵਾਂ, ਜਿਸ ਅਰਦਾਸ ਵਿੱਚ ਮੈਨੂੰ ਸੋਚ ਨਾ ਰਹਿ ਜਾਏ, ਸਿਰਫ ਪੁਕਾਰ ਰਹਿ ਜਾਏ, ਜਿਸ ਅਰਦਾਸ ਵਿੱਚ ਮੈਂ ਆਪਣਾ ਸਭ ਕੁਝ ਤਿਆਗਣ ਨੂੰ ਤਿਆਰ, ਜਿਸ ਅਰਦਾਸ ਵਿੱਚ ਮੈਂ ਝੂਠ ਨੂੰ ਛੱਡਣਾ ਚਾਹੁੰਦਾ ਹਾਂ ਔਰ ਸੱਤ ਦੀ ਭੁੱਖ ਰੱਖਦਾ ਹਾਂ, ਜਿਸ ਅਰਦਾਸ ਵਿੱਚ ਮੈਨੂੰ ਉਹਦੀ ਲੋੜ ਹੈ ਜੋ ਮੈਨੂੰ ਸਦਾ ਲਈ ਤ੍ਰਿਪਤ ਕਰ ਦੇਗੀ, ਜਿਸ ਅਰਦਾਸ ਵਿੱਚ ਮੈਨੂੰ ਉਹ ਮਿਲ ਜਾਏਗਾ ਜਿਹੜੀ ਮੇਰੀ ਸਾਰੀ ਦੁਨੀਆ ਦੀ ਫਿਕਰ ਖਤਮ ਕਰ ਦੇਗਾ, ਜਿਸ ਅਰਦਾਸ ਵਿੱਚ ਮੈਂ ਉਹ ਮੰਗਦਾ ਵਾਂ ਜਿਹਦੇ ਵਿੱਚ ਮੇਰੇ ਸਾਰੇ ਕਾਰਜ ਆ ਜਾਣਗੇ, ਮੇਰਾ ਕੋਈ ਕਾਰਜ ਪੈਂਡਿੰਗ ਨਹੀਂ ਰਹੇਗਾ, ਜਿਸ ਅਰਦਾਸ ਵਿੱਚ ਮੈਂ ਪ੍ਰੇਮ ਹੋ ਜਾਵਾਂ, ਇੱਕ ਭੁੱਖਾ ਪ੍ਰੇਮੀ ਉਸ ਪ੍ਰੇਮ ਵਿੱਚ ਲੀਨ ਹੋ ਕੇ ਪ੍ਰੇਮ ਦਾ ਰੂਪ ਹੋ ਜਾਏ, ਮਨ ਦਾ ਬੋਝ ਖਤਮ ਹੋ ਜਾਏ, ਮਨ ਦਾ ਭਾਰ ਮੁੱਕ ਜਾਏ, ਜਿਸ ਅਰਦਾਸ ਵਿੱਚ ਗੁਰੂ ਮਿਲ ਜਾਏ, ਸਾਰੀ ਸ੍ਰਿਸ਼ਟੀ ਦੇ ਦੁੱਖ ਮੁੱਕ ਜਾਣ, ਗੁਰੂ ਦਾ ਪ੍ਰੇਮ ਮਿਲ ਜਾਏ, ਗੁਰੂ ਦੇ ਚਰਨਾਂ ਵਿੱਚ ਸੁਰਤ ਹਾਜ਼ਰ ਹੋ ਜਾਏ। ਇਹ ਅਰਦਾਸ ਤਾਂ ਹੀ ਮੈਂ ਕਰ ਪਾਵਾਂਗਾ ਜਦੋਂ ਮੈਂ ਆਪਣਾ ਆਪ ਤਿਆਗਣ ਲਈ ਤਿਆਰ ਹੋ ਜਾਵਾਂਗਾ, ਆਪਣੀ ਸੋਚ ਨੂੰ ਛੱਡਣਾ, ਰੋਮ ਰੋਮ ਵਿੱਚ ਮੇਰੇ ਇੱਕੋ ਪੁਕਾਰ ਰਹੇ, ਦੋ ਪੁਕਾਰ ਨਾ ਰਹਿ ਜਾਏ, ਇਕਾਗਰ ਮਨ ਇਤਨਾ ਹੋ ਜਾਏ ਕਿ ਮਨ ਹੀ ਨਾ ਰਹੇ, ਧਿਆਨ ਇੰਨਾ ਗਹਿਨ ਹੋ ਜਾਏ ਕਿ ਧਿਆਨ ਹੀ ਆਪਣੇ ਆਪ ਵਿੱਚ ਪਰਿਪੂਰਨ ਹੋ ਜਾਏ, ਪ੍ਰੇਮ ਇਤਨਾ ਵਿਕਾਸ ਲੈ ਆਏ ਕਿ ਪ੍ਰੇਮ ਹੀ ਰਹਿ ਜਾਏ, ਕੋਈ ਪਦਾਰਥ ਨਾ ਰਹੇ, ਕੇਵਲ ਪ੍ਰੇਮ ਦੇ ਇਲਾਵਾ ਹੋਰ ਕੁਝ ਨਾ ਰਹੇ, ਤਾਂ ਮੇਰੀ ਅਰਦਾਸ ਹਜ਼ੂਰੀ ਵਿੱਚ ਹੈ। ਗੁਰੂ ਨਾਨਕ ਸਾਹਿਬ ਦੇ सम्मुख ਹੈ, ਗੁਰੂ ਨਾਨਕ ਦੇ ਉਹਦੇ ਵਿੱਚ ਦਰਸ਼ਨ ਨੇ, ਮੇਰੀ ਸੋਚ ਨਹੀਂ ਹੈ, ਮੈਂ ਨਹੀਂ ਹਾਂ, ਕੇਵਲ ਗੁਰੂ ਹੈ। ਇਹ ਦਰਸ਼ਨ ਸ਼ਬਦ ਕਾਫੀ ਨਿਰਾਲਾ ਸ਼ਬਦ ਹੈ। ਕੁਝ ਦਿਨ ਤੋਂ ਦਰਸ਼ਨ ਸ਼ਬਦ ਦੀ ਦਰਸ਼ਨ ਹੀ ਦਿਖਦੇ ਸਨ,
ਇਹ ਥੋੜਾ ਸੋਚਣਾ ਬਣਦਾ ਹੈ ਕਿ ਅਸੀਂ ਦਰਸ਼ਨ ਕਿਉਂ ਕਹਿ ਰਹੇ ਹਾਂ। ਦਰਸ਼ਨ ਦਾ ਸੰਬੰਧ ਦੇਖਣ ਨਾਲ ਹੈ, ਉੱਥੇ ਸੋਚ ਨਹੀਂ ਹੈ। ਇਹੋ ਜੀ ਕੋਈ ਮਨ ਦੀ ਅਵਸਥਾ ਗੁਰੂ ਸਾਹਿਬ ਮੈਨੂੰ ਬਖਸ਼ ਦੇਣ ਜਿੱਥੇ ਮੇਰੀ ਸੋਚ ਨਾ ਰਹੇ। ਮੈਂ ਆਪਣੀ ਸੋਚ ਲੈ ਕੇ ਜੋ ਵਿਆਕੁਲ ਹੋਇਆ ਫਿਰਦਾ ਵਾਂ ਜਨਮਾਂ ਜਨਮਾਂ ਤੋਂ, ਖਾਲੀ ਹੋ ਕੇ ਗੁਰੂ ਦੇ ਦਰ ਦੇ ਉੱਤੇ ਖਲੋ ਜਾਵਾਂ। ਮੈਂ ਜਾਣਦਾ ਵਾਂ, ਮੈਂ ਹਾਂ, ਮੇਰਾ ਹੈ, ਇਹ ਭਾਵ ਹੀ ਗਿਰ ਜਾਏ। ਸਾਰੀ ਦੁਨੀਆ ਦਾ ਸਮਾਧਾਨ, ਸੋਲਿਊਸ਼ਨ ਇਸ ਦਰਸ਼ਨ ਵਿੱਚ ਹੈ, ਔਰ ਇਹ ਦਰਸ਼ਨ ਸਦਾ ਹੈ, ਸਦਾ ਰਹੇਗਾ, ਸਦਾ ਤੋਂ ਹੈ। ਸ੍ਰਿਸ਼ਟੀ ਹੈ ਕਿ ਨਹੀਂ ਹੈ, ਉਹਦੇ ਦਰਸ਼ਨ ਹਨ। ਮੈਂ ਨਹੀਂ ਹਾਂ, ਮੇਰਾ ਸਰੀਰ ਨਹੀਂ ਹੈ, ਮੇਰਾ ਮਨ ਨਹੀਂ ਹੈ, ਪਰ ਮੇਰੇ सम्मुख ਦਰਸ਼ਨ ਹਨ। ਦਰਸ਼ਨ ਵਿੱਚ ਮੈਂ ਸੋਚਦਾ ਨਹੀਂ ਹਾਂ, ਕੇਵਲ ਮਨ ਦੀਆਂ ਅੱਖਾਂ ਨਾਲ ਜਾਣ ਲੈਂਦਾ ਵਾਂ, ਮਹਿਸੂਸ ਕਰਦਾ ਵਾਂ, ਔਰ ਮੇਰਾ ਰੋਮ ਰੋਮ ਉਹਦੇ ਵਿੱਚ ਵਿਕਾਸ ਹੋ ਜਾਂਦਾ ਹੈ। ਮੇਰਾ ਰੋਮ ਰੋਮ ਤ੍ਰਿਪਤ ਹੋ ਜਾਂਦਾ ਹੈ। ਕੋਈ ਭੁੱਖ ਨਹੀਂ ਰਹਿ ਜਾਂਦੀ, ਕੋਈ ਪਿਆਸ ਨਹੀਂ ਰਹਿ ਜਾਂਦੀ, ਕੋਈ ਭਾਲ ਨਹੀਂ ਰਹਿ ਜਾਂਦੀ, ਕੋਈ ਪ੍ਰਸ਼ਨ ਨਹੀਂ ਰਹਿ ਜਾਂਦਾ, ਕੋਈ ਫੁਰਨਾ ਨਹੀਂ ਰਹਿ ਜਾਂਦਾ। ਪ੍ਰੇਮ ਨਾਲ ਭਰਿਆ ਇੱਕ ਜਨ ਜਿਹੜਾ ਆਪਣੇ ਮਨ ਨੂੰ ਆਪਣੇ ਅਥੂਆਂ ਨਾਲ ਧੋ ਲਏ, ਸਤ ਨੂੰ ਜਾਣਨ ਦੇ ਆਨੰਦ ਵਿੱਚ, ਮਨ ਦੀ ਬਾਰੀਕੀ ਵਿੱਚ ਉਤਰ ਜਾਏ। ਸਾਹਿਬ ਉਸ ਦਰ ਦੀ ਗੱਲ ਕਰਦੇ ਹੈ। ਮਹਾਰਾਜ ਉਸ ਦਰ ਦੀ ਖਬਰ ਲੈ ਕੇ ਆਉਂਦੇ ਹੈ। ਭਗਤ ਕਬੀਰ ਉਸ ਦਰਬਾਰ ਦੀ ਗੱਲ ਕਰਦੇ ਹੈ ਜਿੱਥੇ ਮੈਂ ਨਹੀਂ ਹਾਂ। ਮੇਰੀ ਅਰਦਾਸ ਹੈ, ਔਰ ਮੈਂ ਅਰਦਾਸ ਦਾ ਰੂਪ ਹੀ ਹਾਂ। ਇਹ ਨਹੀਂ ਰਹਿੰਦੇ। ਜਦ ਅਰਦਾਸ ਕਰਨ ਵਾਲਾ ਹੀ ਨਹੀਂ ਰਿਹਾ ਤਾਂ ਉਹਦੀ ਕਿਹੜੀ ਸਮੱਸਿਆ ਰਹਿ ਗਈ? ਉਹ ਤਾਂ ਪ੍ਰੇਮ ਦਾ ਰੂਪ ਹੋ ਗਿਆ। ਭਗਤ ਕਬੀਰ ਇਹੋ ਜਾਪਦਾ ਹੈ ਕਿੱਥੇ ਪਹੁੰਚ ਗਏ ਹਨ। ਉਹ ਮਨ ਦੀ ਕੁਛ ਇੱਕ ਅਵਸਥਾ ਤੇ ਪਹੁੰਚ ਗਏ ਹਨ, ਔਰ ਉਡੀਕ ਵਿੱਚ ਹਨ। ਜਿਵੇਂ ਕਿ ਤਿਆਰੀ ਹੋਏ, ਮਨ ਦੀ ਤਿਆਰੀ ਹੋ ਗਈ ਹੋਏ, ਹੁਣ ਦਰਵਾਜ਼ਾ ਖੁੱਲੇ ਤਾਂ ਮੈਂ ਲੀਨ ਹੋ ਸਕਾਂ। ਜਿਤਨਾ ਮਨ ਸੂਖਮ ਹੋਏਗਾ, ਸਟਲ ਹੋਏਗਾ, ਗ੍ਰੋਸ ਥਾਟਸ ਤੋਂ ਦੂਰ ਹੋ ਕੇ ਸ਼ਬਦ ਦੇ ਰੂਪ ਵਿੱਚ ਲੀਨ ਰਹੇਗਾ, ਉਤਨਾ ਮਨ ਹਾਜ਼ਰੀ ਵਿੱਚ ਔਰ ਹਜ਼ੂਰੀ ਵਿੱਚ ਰਹੇਗਾ, ਉਤਨਾ ਮਨ ਤਿਆਰੀ ਵਿੱਚ ਰਹੇਗਾ। ਕ੍ਰਿਸਚੈਨਿਟੀ ਵਿੱਚ, ਬਾਈਬਲ ਵਿੱਚ ਇੱਕ ਲਾਈਨ ਹੈ, ਨੌਕ ਐਂਡ ਇਟ ਸ਼ੈਲ ਬੀ ਓਪਨ ਅਨਟੂ ਯੂ। ਲੱਗਦਾ ਹੈ ਇੱਕੋ ਹੀ ਦਰਵਾਜ਼ੇ ਦੀ ਗੱਲ ਹੋ ਰਹੀ ਹੈ। ਇਹ ਕਈ ਦਰਵਾਜ਼ੇ ਨੇ, ਇੱਕੋ ਦਰਵਾਜ਼ਾ ਹੈ। ਤੁਹਾਡਾ ਅਲੱਗ, ਮੇਰਾ ਅਲੱਗ। ਸੁਰਤ ਦਾ ਦਰਵਾਜ਼ਾ ਹੈ, ਸੁਰਤ ਦੀ ਉਡਾਰੀ ਮਾਰਨ ਦਾ ਦਰਵਾਜ਼ਾ ਹੈ। ਆਸਮਾਨ ਤੱਕ ਪਹੁੰਚਣ ਵਾਸਤੇ ਮਨ ਨੂੰ ਘੇਰਨ ਦਾ ਦਰਵਾਜ਼ਾ ਹੈ। ਇਸ ਤੋਂ ਅੱਗੇ ਮੈਂ ਨਹੀਂ ਜਾ ਸਕਦਾ।
ਕੇਵਲ ਸੁਰਤ ਜਾ ਸਕਦੀ ਹੈ। ਮੈਂ, ਮੇਰਾ, ਮੇਰੀ, ਇਹ ਤਿੰਨੋਂ ਸਮਾਨ ਇੱਥੇ ਛੱਡਣੇ ਪੈਣਗੇ, ਫਿਰ ਇਸ ਦਰਵਾਜ਼ੇ ਦੇ ਅੰਦਰ ਜਾਇਆ ਜਾ ਸਕਦਾ ਹੈ। ਭਗਤ ਕਬੀਰ ਕਹਿੰਦੇ ਨੇ, ਤੇਰੇ ਦਰਵਾਜ਼ੇ ਤੇ ਅੱਗੇ ਮੈਂ ਮੰਗਤਾ ਬਣ ਕੇ ਬੈਠਾ ਹਾਂ, ਮੈਂ ਹਾਜ਼ਰ ਹਾਂ, ਤੇਰੀ ਹਜ਼ੂਰੀ ਵਿੱਚ ਹਾਜ਼ਰ ਹਾਂ। ਤੇਰੇ ਬਿਨਾ ਮੇਰਾ ਸਵਾਸ ਨਹੀਂ ਆ ਸਕਦਾ, ਤੇਰੇ ਬਿਨਾ ਮੇਰਾ ਕੌਣ ਮੁੱਲ ਪਾਏਗਾ, ਤੇਰੇ ਬਿਨਾ ਕੌਣ ਪ੍ਰੇਮ ਦੇਗਾ ਮੈਨੂੰ, ਤੇਰੇ ਬਿਨਾ ਮੇਰਾ ਕੌਣ ਇੱਥੇ ਪੁੱਛਣ ਵਾਲਾ ਹੈ, ਤੁਝ ਬਿਨ ਸੁਰਤ ਕਰੇ ਕੋ ਮੇਰੀ। ਇੱਕ ਪਦਾਰਥ ਮੇਰੇ ਕੋਲ ਹੈ, ਉਹਦਾ ਮਾਲਕ ਸਿਰਫ ਇੱਕੋ ਹੀ ਹੈ, ਦੂਸਰਾ ਨਹੀਂ ਹੈ। ਇਹਨੂੰ ਵਿਚਾਰੀਏ, ਸੁਰਤ ਦਾ ਪਾਤਰ ਕੌਣ ਹੈ? ਮੈਂ ਕੋਈ ਵਸਤੂ ਬਣਾਈ ਹੈ, ਇੱਕ ਕਿਤਾਬ ਹੈ, ਕਿਸੇ ਪੜ੍ਹਨ ਵਾਲੇ ਦੇ ਕੰਮ ਆਏਗੀ। ਇੱਕ ਕੱਪੜਾ ਹੈ, ਕਿਸੇ ਨੂੰ ਪਹਿਨਣ ਵਾਲੇ ਨੂੰ ਕੰਮ ਆਏਗਾ। ਇੱਕ ਖਾਣਾ ਹੈ, ਕਿਸੇ ਨੂੰ ਖਾਣ ਵਾਲੇ ਨੂੰ ਕੰਮ ਆਏਗਾ। ਹਰ ਵਸਤੂ ਦਾ ਇੱਕ ਪਾਤਰ ਹੈ, ਉਹਦੇ ਵਿੱਚ ਉਹ ਕੰਪਲੀਟ ਹੈ। ਮੈਂ ਕੋਈ ਵਸਤੂ ਤਿਆਰ ਕੀਤੀ ਜੋ ਉਸ ਨੂੰ ਜਸਟਿਸ ਦੇ ਸਕਦਾ ਹੈ, ਜੋ ਉਸ ਦਾ ਭੁੱਖਾ ਹੈ, ਉਸ ਨੂੰ ਮੈਂ ਉਹ ਅਰਪਣ ਕਰ ਦਿੱਤੀ, ਉਹ ਪਰਿਪੂਰਨ ਹੋ ਗਈ, ਕੰਪਲੀਟ ਹੋ ਗਈ। ਮੈਂ ਖਾਣਾ ਬਣਾਇਆ, ਕਿਸੇ ਨੇ ਖਾਧਾ ਨਹੀਂ, ਵਿਅਰਥ ਹੈ। ਮੈਂ ਕੱਪੜਾ ਬਣਾਇਆ, ਕਿਸੇ ਨੇ ਪਾਇਆ ਨਹੀਂ, ਉਹ ਥਾਟ ਇਨਕੰਪਲੀਟ ਰਹਿ ਗਈ। ਮੈਂ ਕਿਤਾਬ ਲਿਖੀ, ਕਿਸੇ ਨੇ ਪੜ੍ਹੀ ਨਹੀਂ, ਤਾਂ ਗੱਲ ਸਿਰੇ ਨਹੀਂ ਚੜੀ ਹੈ। ਮੈਂ ਸੁਰਤ ਕਾਇਮ ਕੀਤੀ, ਮੇਰੀ ਗੁਰੂ ਨੇ ਉਸ ਨੂੰ ਦਰਵਾਜ਼ਾ ਦਿਖਾ ਦਿੱਤਾ, ਖੋਲ ਦਿੱਤਾ। ਸੁਰਤ ਦੀ ਹੁਣ ਸ਼ਬਦ ਵਿੱਚ ਉਡਾਰੀ ਆ ਗਈ। ਪਰ ਮੈਂ, ਮੇਰੀ, ਮੇਰਾ ਇਹ ਦਰਵਾਜ਼ੇ ਤੋਂ ਅੱਗੇ ਨਹੀਂ ਜਾਣਗੇ। ਅਗਰ ਜੀ ਕਰਦਾ ਹੈ ਤੇ ਇਹਦੇ 'ਚ ਵਾਪਸ ਆ ਸਕਦਾ ਵਾਂ, ਪਰ ਉਡਾਰੀ ਮਾਰਨ ਦੇ ਵਾਸਤੇ ਇਹ ਸਮਾਨ ਨਾਲ ਨਹੀਂ ਜਾਏਗਾ। ਮੇਰੀ ਆਈਡੈਂਟਿਟੀ ਇੱਥੇ ਰਹਿ ਜਾਏਗੀ, ਕਿਉਂਕਿ ਦਰਵਾਜ਼ਾ ਬੜਾ ਸੂਖਮ ਹੈ, ਬੜਾ ਬਰੀਕ ਦਰਵਾਜ਼ਾ ਹੈ। ਨਾ ਹੀ ਇੱਥੇ ਗ੍ਰੋਸ ਥਾਟ ਜਾਏਗੀ। ਸਮਝੀਏ ਗੱਲ ਨੂੰ। ਸੁਰਤ ਜਿਹੜੀ ਹੈ ਘੜੀ ਜਾਂਦੀ ਹੈ, ਸਾਹਿਬ ਕਹਿੰਦੇ ਘੜੀਏ ਸ਼ਬਦ ਸੱਚੀ ਟਕਸਾਲ। ਘੜਨ ਦਾ ਮਤਲਬ ਜਿਵੇਂ ਕੋਈ ਸਕਲਪਚਰ ਪੱਥਰ ਨੂੰ ਕੱਢਦਾ ਹੈ, ਉਹਦੇ ਚੋਂ ਮੂਰਤੀ ਕੱਢਦਾ ਹੈ, ਤਾਂ ਜਿਹੜਾ ਵਿਅਰਥ ਪੱਥਰ ਹੈ ਉਸ ਨੂੰ ਕੱਢ ਦਿੰਦਾ ਹੈ। ਇਵੇਂ ਸੁਰਤ ਨੂੰ ਅਸੀਂ, ਜੋ ਦਰਗਾਹ ਵਿੱਚ ਜਿਸ ਚੀਜ਼ ਦਾ ਮੁੱਲ ਨਹੀਂ ਹੈ, ਉਹਨੂੰ ਕੱਢ ਦਿੰਦੇ ਆ। ਨਿਰੰਕਾਰ ਦੇ ਘਰ ਜਾਣਾ ਭਾਈ, ਉਹਨੂੰ ਇਹ ਸਮਾਨ ਫਾਲਤੂ ਦੀ ਲੋੜ ਨਹੀਂ ਹੈ, ਉਹਨੂੰ ਤਾਂ ਕੇਵਲ ਪ੍ਰੇਮ ਚਾਹੀਦਾ ਹੈ। ਬਾਕੀ ਸਭ ਬਾਹਰ ਛੱਡ ਕੇ ਜਾਣਾ ਪਏਗਾ। ਉਹਨੂੰ ਕੇਵਲ ਨਾਮ ਦੀ ਭੁੱਖ ਹੈ, ਹੋਰ ਉੱਥੇ ਕੁਝ ਨਹੀਂ ਚਾਹੀਦਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਪ੍ਰੇਮ ਦੇਣ ਦੀ ਉਡੀਕ ਵਿੱਚ ਆਪਣੇ ਸਿੱਖ ਦੀ ਭਾਲ ਵੀ ਕਰਦੇ ਨੇ। ਇਹੋ ਜਿਹਾ ਕੋਈ ਜਨ ਮਿਲ ਜਾਏ ਜਿਹੜੇ ਮੇਰੇ ਕਰੋੜਾਂ ਜਨਮਾਂ ਦੇ ਦੁੱਖ ਇੱਕ ਖਿਣ ਵਿੱਚ ਮਿਟਾ ਦੇ, ਮੇਰੇ ਮਨ ਦੀ ਭਟਕਣ ਖਤਮ ਕਰ ਦੇ, ਮੇਰੀ ਬੇਚੈਨੀ ਚਲੀ ਜਾਏ, ਮੇਰੇ ਫਿਕਰ ਨਾ ਰਹਿਣ, ਮੇਰੇ ਡਰ ਨਾ ਰਹਿਣ, ਮੇਰੀਆਂ ਗਲਤੀਆਂ ਨਾ ਰਹਿਣ। ਉੱਥੇ ਸਿਰਫ ਸਿਰ ਦੇਣ ਦੇ ਇਲਾਵਾ ਹੋਰ ਕੋਈ ਕੰਮ ਰਹਿ ਹੀ ਨਹੀਂ ਜਾਂਦਾ। ਸੀਸ ਦੇਣ ਦੇ ਇਲਾਵਾ ਹੋਰ ਕੀ ਕਰੀਏ ਇੱਥੇ? ਕੂੜ ਛੱਡ ਕੇ ਸੱਚ ਦਾ ਵਪਾਰ ਹੋ ਰਿਹਾ ਹੈ, ਦੁੱਖ ਛੱਡ ਕੇ ਆਨੰਦ ਦਾ ਵਪਾਰ ਹੋ ਰਿਹਾ ਹੈ, ਭਟਕਣਾ ਛੱਡ ਕੇ
स्थिरता का व्यापार हो रहा है, बेचैनी छड़ के विकास का व्यापार हो रहा है, जीवन की सारी बकवास छड़ के उडारी मार के आनंद रूप होने का व्यापार हो रहा है। एक घड़ी ना मिलते तो कलयुग होता, कलयुग छड़ के सतयुग का व्यापार हो रहा है। इत्थे बही खाते सारे फटन वाले है, इत्थे दुनिया के सारे कम पूरे होने वाले है, इत्थे शरीर का असल मुल पैण वाला है। व्यापारी मिल जाए इहो जिहा। मैं जन्मा जन्मा तो इसनूं लई फिरदा वां, मैनू ना मिलिया ना मैं लभ्या। भगत कबीर नूं लभ गया और वो ज्ञान रखते ने कि इत्थे किहड़ा व्यापार करना है। वो जानते ने कि इत्थे व्यापारी इक्को ही है, कोई दूजा नहीं है। मैं जगह जगह भटकदा नहीं हाँ, सिर्फ ਇਹ मैं जानदा वां। हुण मेरा मन इन्ना सुच्चा हो गया कि वो देख के दर्शन करदे ही जान गया है कि झूठ कित्थे है और सत कित्थे है, ਇਹਦਾ व्यापारी कौन है। ਉਹਦੇ चरण फड़ के रोना शुरू कर ਦਿੱਤੇ, महाराज मेरा हलत पलट सवार दो, महाराज मुख उतार ले, रामा तार ले, मैं अजान जन तरबे ना जानू। ਤਾਂ महाराज भगत कबीर साहब जी दर्शन की गल करते हैं। इस दर्शन आनंद का रूप ने, प्रेम का रूप है, विकास का रूप है। सोच नहीं है इत्थे, पर मैं मेरा मेरी नहीं है। एक लहर चलती है प्रेम की, अंतर मन च उठदी, सारे निरंकार रूप विच ब्रह्मंड विच फिर जाती है। एक सैलीब्रेशन उठती है। एक भांडा खाली पिया प्रेम नाल भर जाता है। हुण उहदा पात्र भी तृप्त हो गया है, उस भांडे का मालक हुण तृप्त हो गया है, कोई भुख नहीं रह गई उहनूं। उहदे सारे दोष माफ हो गए। निरंकार दे घर विच दरवाजा खुल गया है। गुरु नाल अपना आप त्याग के सच नाल, सच दे दर्शन विच विकास हो गया है। महाराज कहंदे, तुम तन तनी उधार त्यागी, श्रवणन सुनियत सुजस तुमार। इवें लगता है जिवें भगत कबीर नूं समझ आ गई है कि मेरे सुरत दा पात्र कौन है, मेरे सुरत नूं, मेरी सुरत नूं जानन वाला कौन है, और उहदी क्वालिटीज बारे विचार करते हैं, अपने मन नूं समझाते हैं। तुम धन धनी उदार त्यागी, श्रवणन सुनियत सुजस तुमार। दुनिया विच धन कित्थे है, दुनियावी पदार्थ विच धन कित्थे है, इक्को ही धन है, बाकी सब पदार्थ है। उस धन का नाम नाल रिश्ता है, उस धन का आनंद नाल रिश्ता है, उस धन का प्रेम नाल रिश्ता है। इस दरवाजे चों कई आए, कई निकल गए, पर सारिਆਂ ਨੂੰ वो पूरा मिलिया है, अधूरा किसी ਨੂੰ भी नहीं मिलिया। वो घटिया नहीं है, वो कुछ भी घटिया नहीं ਉਹਦਾ। ਜਦੋਂ ਅਸੀਂ ਇੱਕ ਮਾਚਿਸ ਦੀ ਤੀਲੀ ਲੈ ਲਈਏ, ਉਹਦੇ 100 ਹਿੱਸੇ ਕਰ ਦਈਏ,
ਤੇ ਅਗਰ ਕਿਸੇ ਨੂੰ ਹਿੱਸਾ ਦਿਆਂਗੇ ਤੇ ਉਹਦਾ 1/100ਵਾਂ ਹਿੱਸਾ ਮਿਲੇਗਾ। ਪਰ ਮਹਾਰਾਜ ਸਮਝਾਉਂਦੇ ਹੈ ਕਿ ਉਹ ਉਦਾਰ ਹੈ, ਉਹ ਆਪਣੇ ਆਪ ਵਿੱਚ ਪਰਿਪੂਰਨ ਮਿਲਦਾ ਹੈ, ਕਿਸੇ ਨੂੰ ਅਧੂਰਾ ਨਹੀਂ ਮਿਲਦਾ ਹੈ। ਕਿਸੇ ਨੂੰ ਵੀ ਇਸ ਤਰ੍ਹਾਂ ਨਹੀਂ ਹੈ ਕਿ ਇੱਕ ਨੂੰ ਮਿਲ ਗਿਆ ਤੇ ਦੂਜੇ ਨੂੰ ਉਸ ਚੋਂ ਘੱਟ ਮਿਲੇਗਾ। ਮਹਾਰਾਜ ਸਮਝਾਉਂਦੇ ਨੇ ਉਹ ਤਿਆਗੀ ਹੈ, ਉਹ ਇਸ ਸ੍ਰਿਸ਼ਟੀ ਵਿੱਚ ਸਮਾਇਆ ਹੈ ਪਰ ਇਸ ਤੋਂ ਨਿਰਲੇਪ ਹੈ। ਔਰ ਜੋ ਕੁਝ ਵੀ ਮੈਂ ਸੁਣਦਾ ਵਾਂ, ਜੋ ਵੀ ਪੁਕਾਰ ਉਹਦੀ ਆਂਦੀ ਹੈ, ਉਹ ਉਹਦੇ ਯਸ਼ ਦੀ ਪੁਕਾਰ ਹੈ, ਉਹਦੇ ਗੁਣਾਂ ਦੀ ਪੁਕਾਰ ਹੈ। ਜਿਵੇਂ ਕਿ ਰੋਮ ਰੋਮ ਕਿਸੇ ਦਾ ਭਰ ਗਿਆ ਹੋਏ, ਜਿਵੇਂ ਕਿ ਰੋਮ ਰੋਮ ਕਿਸੇ ਦਾ ਤ੍ਰਿਪਤ ਹੋ ਗਿਆ ਹੋਏ। ਹੁਣ ਉਹਦੇ ਸਾਰੀ ਫੈਕਲਟੀਜ਼ ਵਿੱਚ ਇੱਕੋ ਚੀਜ਼ ਦਾ ਵਾਸਾ ਹੋ ਗਿਆ ਹੈ। ਸੁਣੀ ਤਾਂ ਜਾਂਦੀ ਹੈ, ਇਹ ਸਭ ਕੁਝ ਮਨ ਤੋਂ ਹੋ ਰਿਹਾ ਹੈ। ਦਰਸ਼ਨ ਹੋ ਰਹੇ ਹਨ, ਉਹਦੇ ਧਨ ਦੇ ਦਰਸ਼ਨ ਹੋ ਰਹੇ ਹਨ। ਮਨ ਸੁਣਦਾ ਹੈ, ਉਹਦੇ ਪ੍ਰੇਮ ਦੀ ਗਾਥਾ ਆ ਰਹੀ ਹੈ, ਉਹਦੇ ਪ੍ਰੇਮ ਦੇ ਸੁਨੇਹੇ ਆ ਰਹੇ ਹਨ। ਸਾਰਾ ਦਾਨ ਜੋ ਕਰ ਰਿਹਾ ਹੈ, ਇੱਕ ਸੈਲੀਬ੍ਰੇਸ਼ਨ ਆਨੰਦ ਦੀ ਉਹਨੇ ਵਰਖਾ ਕੀਤੀ ਹੋਈ ਹੈ, ਔਰ ਮੈਨੂੰ ਉਹ ਸਾਰਾ ਹੀ ਸਮਰਪਣ ਕਰ ਦਿੱਤਾ ਹੈ, ਕੋਈ ਅਧੂਰਾ ਨਹੀਂ ਦਿੱਤਾ ਹੈ। ਇਸ ਤਰ੍ਹਾਂ ਨਹੀਂ ਹੈ ਕਿ ਕਿਸੇ ਇੱਕ ਨੂੰ ਘੱਟ ਆਨੰਦ ਆਏਗਾ, ਦੂਸਰੇ ਨੂੰ ਜ਼ਿਆਦਾ ਆਏਗਾ। ਜੋ ਆਪਣਾ ਆਪ ਤਿਆਗੇਗਾ ਉਹ ਉਸ ਪੂਰਨ ਆਨੰਦ ਵਿੱਚ ਲੀਨ ਹੋ ਜਾਏਗਾ। ਦੇਖੋ ਗੱਲ ਕੀ ਹੈ ਕਿ ਜਦੋਂ ਨਾਮ ਨਾਲ ਤ੍ਰਿਪਤ ਹੋ ਜਾਂਦਾ ਹੈ ਬੰਦਾ, ਭਿਖਾਰੀ ਕਿਸੇ ਧਨੀ ਕੋਲ ਗਿਆ, ਉਸ ਨੂੰ ਇੰਨਾ ਧਨ ਦੇ ਦਿੱਤਾ ਕਿ ਉਹਨੇ ਸੋਚਿਆ ਵੀ ਨਹੀਂ ਸੀ, ਤੇ ਹੁਣ ਉਹ ਕੀ ਕਹੇਗਾ? ਤੁਮ ਤਨ ਤਨੀ ਉਦਾਰ ਤਿਆਗੀ, श्रवणन सुनियत सुजस तुमार, मांगो काहे रंग सब देखो। कादे ਲਈ ਮੰਗਣਾ ਹੈ? ਸਾਰੀ ਦੁਨੀਆ ਭਿਖਾਰੀ ਹੈ ਤੇਰੇ ਅੱਗੇ। ਇਹ ਗੱਲ ਮੈਂ ਨਹੀਂ ਜਾਣਦਾ, ਅੱਜ ਮੇਰੀ ਇੰਨੀ ਕਮਾਈ ਨਹੀਂ ਹੈ, ਪਰ ਜਿਸ ਦਿਨ ਭਗਤ ਕਬੀਰ ਦੀ ਕਿਰਪਾ ਸ਼ਬਦ ਦੀ ਗਿਆਨ ਹੋ ਜਾਏ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਰੂਪ ਇਸ ਸ਼ਬਦ ਦੇ ਗਿਆਨ ਹੋ ਜਾਏ, ਮਾਂਗੋ ਕਾਹੇ ਰੰਗ ਸਭ ਦੇਖੋ। ਦੇਣ ਵਾਲਾ ਸਿਰਫ ਇੱਕੋ ਹੀ ਹੈ ਸ੍ਰਿਸ਼ਟੀ 'ਚ। ਮੈਨੂੰ ਇਹ ਭਰੋਸਾ ਨਹੀਂ ਹੈ, ਨਹੀਂ ਤਾਂ ਮੇਰਾ ਮਨ ਐਸੇ ਖੇੜੇ ਕਹਿੰਦੇ ਹੈ, ਨਿਮਕ ਕਹਿੰਦੇ ਹੈ, ਘੜਨ ਦੀ ਲੋੜ ਹੈ। ਤਾਂ ਗੁਰੂ ਨਾਨਕ ਸਾਹਿਬ ਸਾਨੂੰ ਆਦੇਸ਼ ਕਰਦੇ ਹੈ, ਮਨ ਨੂੰ ਸ਼ਬਦ ਨਾਲ ਘੜਨਾ ਹੈ। ਮਾਂਗੋ ਕਾਹੇ ਰੰਗ ਸਭ ਦੇਖੂ, ਤੁਮ ਹੀ ਤੇ ਮੇਰੋ ਨਿਸਤਾਰ। ਮੈਨੂੰ ਪਾਰ ਕੌਣ ਉਤਾਰੇਗਾ ਮਹਾਰਾਜ? ਮੇਰੀ ਤਾਂ ਬੇੜੀ ਜਿਹੜੀ ਹੈ ਰਸਤੇ 'ਚ ਹੀ ਹੈ, ਪਾਰ ਉਤਰਿਆ ਨਹੀਂ ਹਾਂ। ਮੈਂ ਤਾਂ ਤ੍ਰਿਪਤ ਹੋ ਗਿਆ ਹਾਂ, ਔਰ ਇਹ ਭਰੋਸਾ ਮੈਨੂੰ ਆ ਗਿਆ ਹੈ ਕਿ ਮੈਨੂੰ ਆਪ ਨਹੀਂ ਤਾਰਨਾ ਹੈ। ਤਾਂ ਨਾ ਤਾਂ ਮੇਰੀ ਮੰਗ ਹੈ ਕੁਛ, ਨਾ ਹੀ ਮੈਨੂੰ ਹੁਣ ਕੋਈ ਡਰ ਹੈ, ਕੋਈ ਫਿਕਰ ਹੈ। ਬਸ ਉਸ ਕਿਰਪਾ ਦੇ ਵਿੱਚ ਲੀਨ ਹੋ ਕੇ, ਆਨੰਦ ਰੂਪ ਹੋ ਕੇ ਮੈਂ ਜਾਣ ਗਿਆ ਵਾਂ ਕਿ ਤੁਮ ਹੀ ਤੇ ਮੇਰੋ ਨਿਸਤਾਰ। ਤੁਸੀਂ ਹੀ ਮੈਨੂੰ ਪਾਰ ਉਤਾਰਨਾ ਹੈ। ਇਹ ਇੱਕ ਪਰਸਨਲ ਕਮਿਟਮੈਂਟ ਲੱਗਦੀ ਹੈ, ਜਿਵੇਂ ਭਗਤ ਕਬੀਰ ਨਿਰੰਕਾਰ ਤੇ ਧਿਆਨ 'ਚ ਬੈਠ ਕੇ ਪ੍ਰਗਟ ਕਰਦੇ ਆ ਸ਼ਬਦ ਨੂੰ। ਜਿਵੇਂ ਕੋਈ ਸਿੱਖ ਗੁਰੂ ਗੋਬਿੰਦ ਸਿੰਘ ਸਾਹਿਬ ਅੱਗੇ ਬੈਠ ਕੇ ਅਰਦਾਸ ਕਰਦਾ ਹੋਏ, ਤੁਮ ਹੀ ਤੇ ਮੇਰੋ ਨਿਸਤਾਰ। ਜਦੋਂ ਕੋਈ ਸੰਤ ਅਰਾਧਦਾ ਹੈ ਤਾਂ ਫਿਰ ਉਹ ਕੁਝ ਆਪਣੇ ਧਿਆਨ ਵਿੱਚ ਉਹਨਾਂ ਲੋਕਾਂ ਦਾ ਨਾਲ
ਧਿਆਨ ਰੱਖਦਾ ਹੈ ਜਿਹਨੇ ਪਹੁੰਚੇ ਹੋਣ, ਜਿਨ੍ਹਾਂ ਤੇ ਕਿਰਪਾ ਹੋ ਗਈ ਹੋਏ। ਦਰਅਸਲ ਮੈਨੂੰ ਇਹ ਲੱਗਦਾ ਕਿ ਸੰਤ ਰੂਪ ਜਿਹੜੇ ਟੋਲੀ ਦੇ ਨਾਲ ਚੱਲਦੇ ਹੈ, ਇੱਕ ਦੂਜੇ ਦਾ ਧਿਆਨ ਰੱਖਦੇ ਚੱਲਦੇ ਹੈ। ਤਾਂ ਇੱਥੇ ਭਗਤ ਕਬੀਰ ਤਿੰਨ ਸੰਤਾਂ ਦੇ ਨਾਮ ਵਿੱਚ ਧਿਆਨ ਰੱਖਦੇ ਹਨ। ਅਖੀਰ ਗੱਲ ਕੀ ਕਰਦੇ ਨੇ, ਜਿਵੇਂ ਕਿ ਉਹ ਕਿਰਪਾ ਦੀ ਉਡੀਕ 'ਚ ਬੈਠੇ ਨੇ ਕਿ ਜਿਹੜੀ ਕਿਰਪਾ ਉਹਨਾਂ ਨੂੰ ਹੋ ਰਹੀ ਹੈ ਉਹ ਇਹਨਾਂ ਨੂੰ ਵੀ ਹੋ ਰਹੀ ਹੈ। ਤਿੰਨ ਕੋ ਕਿਰਪਾ ਭਈ ਹੈ ਅਪਾਰ। ਦੇਖੋ, ਅਪਾਰ ਕਿਰਪਾ ਉਸ ਤੇ ਹੁੰਦੀ ਹੈ ਜਿਹੜਾ ਆਪਣਾ ਸਭ ਕੁਝ ਤਿਆਗ ਦਿੰਦਾ ਹੈ। ਜਿਹੜਾ ਇਹ ਕਹੇ ਕਿ ਮੈਂ ਆਪਣਾ ਰੱਖਣਾ ਹੈ, ਮੈਂ ਮਨ ਆਪਣਾ ਰੱਖਣਾ ਹੈ, ਉਹ ਸੌਦਾ ਤੇ ਫਿਰ ਵੀ ਕਰ ਸਕਦਾ ਹੈ, ਸੌਦਾ ਕਰ ਸਕਦਾ ਹੈ। ਮੈਨੂੰ ਇਹ ਵਸਤੂ ਲੋੜ ਹੈ, ਮੈਨੂੰ ਇਹ ਮਾਣ ਲੋੜ ਹੈ, ਅਪਮਾਨ ਨਾਲ ਚੱਲੇਗਾ, ਇਹ ਉਹ ਦੱਸਦੇ, ਇਹ ਰੂਲ ਤਾਂ ਸਾਨੂੰ ਹੁਕਮ ਵਿੱਚ ਜਾਣਨਾ ਚਾਹੀਦਾ ਹੈ, ਪਰ ਮੈਂ ਸੌਦੇ ਜ਼ਰੂਰ ਕਰ ਸਕਦਾ। ਔਰ ਇਹ ਕਰਦੇ ਹੀ ਹਾਂ ਅਸੀਂ ਲੋਕ ਸਾਰੇ ਦੁਨੀਆ ਵਿੱਚ। ਅਸੀਂ ਵਿਚਰਦੇ ਸੌਦੇ ਹੀ ਕਰਦੇ ਹਾਂ, ਰੱਬ ਨਾਲ ਮੰਗਦੇ ਹੀ ਰਹਿੰਦੇ ਹਾਂ ਭਿਖਾਰੀ ਬਣ ਕੇ। ਪਰ ਕੀ ਮੰਗਦੇ ਹਾਂ? ਔਰ ਇੱਥੇ ਭਗਤ ਕਬੀਰ ਕੀ ਮੰਗ ਰਹੇ ਨੇ? ਇੱਥੇ ਭਗਤ ਕਬੀਰ ਦੇ ਦਰਸ਼ਨ ਕੀ ਨੇ ਔਰ ਸਾਡੇ ਦਰਸ਼ਨ ਕੀ ਨੇ? ਇਹ ਸਾਰੇ ਭੇਦ ਇੱਥੇ ਛਿਪਿਆ ਹੈ। ਜਿਵੇਂ ਕੋਈ ਆਦਮੀ ਜਾਂ ਕੋਈ ਜਨ ਆਪਣੇ ਸਮਾਨ ਦੀ ਪੰਡਾ ਭਰ ਲਏ ਆਪਣੇ ਉੱਪਰ ਔਰ ਫਿਰ ਕਹੇ ਜੀ ਮੈਂ ਰਾਕਟ ਤੇ ਬੈਠ ਕੇ ਜਾਣਾ ਹੈ, ਪਰ ਉਹ ਪੰਡਾ ਨੂੰ ਨਾਲ ਲਿਜਾਣ ਦਾ ਕੋਈ ਰਸਤਾ ਨਹੀਂ ਹੈ। ਗਿਆਨ ਦੀ ਕਮੀ ਹੈ, ਅਵੇਅਰਨੈਸ ਨਹੀਂ ਆਈ ਹੈ। ਅਸੀਂ ਗਿਆਨ ਨੂੰ ਸ਼ਬਦੀ ਗਿਆਨ ਜਾਣਦੇ ਹਾਂ। ਗਿਆਨ ਤਾਂ ਦਰਅਸਲ ਮਨ ਦੇ ਵਿੱਚ ਨਿਰੰਕਾਰ ਦੇ ਦਰਸ਼ਨ ਗਿਆਨ ਹੈ। ਮਨ ਦੇ ਵਿੱਚ ਜਦੋਂ ਝਲਕ ਆ ਜੇ ਹਲਕੀ ਹਲਕੀ, ਤਾਂ ਇਹ ਭੇਦ ਖੁੱਲਣੇ ਸ਼ੁਰੂ ਹੋ ਜਾਂਦੇ ਹੈ ਕਿ ਬੈਗੇਜ ਵਿਲ ਨਾਟ ਗੋ ਵਿਦ ਮੀ। ਔਰ ਮੈਂ ਤਾਂ ਸਾਰੀ ਜ਼ਿੰਦਗੀ ਜਨਮਾਂ ਤੋਂ ਬੈਗੇਜ ਹੀ ਇਕੱਠਾ ਕਰਦਾ ਜਾ ਰਿਹਾ। ਆਪਣੀ ਮੰਗਾਂ ਦੀ ਇੱਕ ਬੈਗੇਜ ਬਣਾ ਕੇ ਰੱਖੀ ਹੋਈ ਹੈ, ਅਧੂਰੇ ਕੰਮਾਂ ਦੀ ਇੱਕ ਬੈਗੇਜ ਬਣਾ ਕੇ ਰੱਖੀ ਹੋਈ ਹੈ, ਆਪਣੇ ਫੇਲੀਅਰਸ ਦੀ ਬੈਗੇਜ ਬਣਾ ਕੇ ਰੱਖੀ ਹੋਈ ਹੈ, ਆਪਣੇ ਦੁੱਖਾਂ ਦੀ ਬੈਗੇਜ ਬਣਾ ਕੇ ਰੱਖੀ ਹੋਈ ਹੈ। ਔਰ ਮੈਂ ਚਾਹੁੰਦਾ ਵਾਂ ਸੂਖਮ ਬਣਨਾ। ਇਹ ਡਾਈਕੋਟਮੀ ਹੈ। I want to be fine, swift, fast, but I yet want to carry my baggage. ਇਹ ਤਿੰਨਾਂ ਸੰਤਾਂ ਦੀ ਕਹਾਣੀ ਇਸ ਸ਼ਬਦ ਵਿੱਚ ਲਿਖੀ ਹੈ। ਆਪ ਇਹਨੂੰ ਪੜ੍ਹ ਲੈਣਾ। ਸੁਦਾਮਾ ਦੀ ਵੀ ਆਪ ਨੂੰ ਪਤਾ ਹੈ, ਜੈਦੇਵ ਦੀ, ਜੈਦੇਵ ਨਾਮਾ, ਨਾਮਦੇਵ ਦੀ ਵੀ ਪਤਾ ਹੈ। ਜਿਉਂ ਐਵੇਂ ਜਾਪਦਾ ਹੈ ਜਿਵੇਂ ਜਦ ਸੁਰਤ ਕਰਕੇ ਭਗਤ ਕਬੀਰ ਇਕਾਗਰ ਹੁੰਦੇ ਨੇ, ਦਰਵਾਜ਼ਾ ਖੁੱਲਦਾ ਹੈ ਤੇ ਕੋਈ ਸੰਤ ਔਰ ਸੰਤ 'ਚ ਭੇਦ ਨਹੀਂ ਰਹਿ ਜਾਂਦਾ। ਹੁਣ ਉਹਨਾਂ ਦੀ ਕਿਰਪਾ ਸੁਣਾਉਂਦੇ ਹੋਏ ਮੈਨੂੰ ਇਉਂ ਲੱਗਦਾ ਜਿਵੇਂ ਆਪਣੀ ਜਿਹੜੀ ਕਿਰਪਾ ਉਹਨਾਂ ਤੇ ਹੋ ਰਹੀ ਹੈ, ਉਹਦੀ ਖਬਰ ਸਾਨੂੰ ਦੇ ਰਹੇ ਹਨ। ਇਹ ਪਿਆਰੇ ਲੋਕ ਨੇ। ਇਹ ਪ੍ਰੇਮ ਨਾਲ ਭਰੇ ਸ਼ਬਦ ਦੁਨੀਆ ਲਈ ਛੱਡ ਗਏ ਹਨ। ਹਨੇਰੇ ਵਿੱਚ ਇੱਕ ਟਾਰਚ ਛੱਡ ਗਏ ਨੇ, ਬੈਟਰੀ ਪਈ ਹੋਈ ਨਾਲ। ਜਦੋਂ ਕੋਈ ਇਸ ਹਨੇਰੇ 'ਚ ਫਸੇ, ਇਸ ਟਾਰਚ ਤੋਂ ਉਹਦਾ ਮਾਰਗਦਰਸ਼ਨ ਹੋ ਜਾਏ। ਲੋਕਾਂ ਦੇ ਦੁੱਖਾਂ ਨੂੰ ਤਿਆਗਣ ਦਾ ਰਾਹ ਸੁਣਾ ਗਏ ਹਨ। ਮਹਾਰਾਜ ਕਹਿੰਦੇ, ਜੈਦੇਵ ਨਾਮਾ ਬਿਪਤ ਸੁਦਾਮਾ, ਤਿੰਨ ਕੋ ਕਿਰਪਾ ਭਈ ਹੈ ਅਪਾਰ। ਪ੍ਰੇਮ ਅਪਾਰ ਹੈ ਭਾਈ, ਕੋਈ ਹੱਦ ਨਹੀਂ ਹੈ। ਨਾਮ ਅਪਾਰ ਹੈ ਭਾਈ, ਕੋਈ ਹੱਦ ਨਹੀਂ ਹੈ। ਉਹਦਾ ਪ੍ਰਕਾਸ਼ ਅਪਾਰ ਹੈ ਭਾਈ, ਕੋਈ ਹੱਦ ਨਹੀਂ ਹੈ। ਔਰ ਸਾਰੀ ਸ੍ਰਿਸ਼ਟੀ ਦਾ ਆਧਾਰ ਪ੍ਰੇਮ, ਨਾਮ, ਜੋਤ, ਸ਼ਬਦ, ਅਨਾਦ ਨਾਦ।
जिस भी रूप के दर्शन करना चाहिए वो इवें समझाते ने। जिस कोल होण, जिहदे कोल सूखम बिरती होए, महाराज किरपा करन, कदे सानू भी कमाई मिलण दा मौका मिले, असी भी गुरु गोबिंद सिंह साहब दे सत नूं जानन वल टुरीए, समान अपना छड्डण लई तैयार हो जाइए, वो तो हाजिर हो जाएगा। प्रॉब्लम तो मेरे नाल है कि मैं मेरी और मेरा नहीं छड्डण वास्ते राजी। महाराज जय देव नामा बिप्त सुदामा, तिनको कृपा पई है अपार। महाराज कहते हैं, कहत कबीर तुम समरथ दाते, चार पदार्थ देत ना बाहर। ਉਹਨੂੰ कोई देर नहीं है कृपा करन दी, ਉਹਨੂੰ कोई देर नहीं है देण वास्ते। वो तो देण लई खड़ा है, उड़ीक च बैठा है कि कोई मंगण जोगा आए जो पदार्थ संभाल सके तो मैं दियां। तो दुनिया दे सारे सुख दे दे, सारे पदार्थ दे दे, और अपना मन त्याग दे कोई। चार पदार्थ देण वास्ते ਉਹਨੂੰ दो कोई समा नहीं लगना है, पर मैनू लैण लई कई जन्म मेरे चले गए। और भटकण विच मेरा मन कित्थे है। मैं पटक पटक के कई जन्म अपने आप नूं व्याकुल कीता, परेशान कीता। मैं भिखारी बन के घूमदा रहा जन्मां जन्मां विच, देण वाला मेरे नाल खड़ा सी सारा टाइम। जद मेरे नाल सारा टाइम खड़ा होए कोई देण वाला और मैं भिखारी बन के फिरदा रवां, ਇਹਦਾ दोष किहदे कोल है। फिर आजादी ते निरंकार ने दिती है कि वो जबरदस्ती नहीं करता है, इत्थे जोर नाल कुछ नहीं मिलना है। जोर ना सुरती ज्ञान विचार, जोर ना जुगती छूटे संसार। महाराज कहते हैं, देण वाला मेरे नाल खड़ा है, सब कुछ मैनू देण नू तैयार है, और खिन नहीं लगाएगा देण वास्ते, मेरी तैयारी रहे। इवें जानदा भगत कबीर, ਉਹਨੂੰ जान गए ने। यह शब्द सिर्फ सानू समझाण वास्ते है। दरवाजा खुल गया है। अज दी शब्द दी विचार महाराज जी प्रवान करना, आप भुल्लां चुक्कां दी माफी देण। गुरु नानक गुरु गोबिंद सिंह साहब हाजिर नाजिर किरपा करन सारियां ते। जीवन पलटी होए महाराज, सुरत शब्द दा अभ्यास मिले, किरपा है।